ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣਾ। ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ। ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਗੁਰ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਧਰਮ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਧਰਮ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ ਅਜਮਦ ਦੇ ਸਤਿਗੁਰੂ ਵਿਦਿਆ ਦਿਓ ਪਠਾਏ।
ਸਤਨਾਮ ਸ੍ਰੀ ਮੰਤਰ ਜਪੋ ਪਹੁੰਚੋ ਮਗ ਸਹਸਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਪੁਰ ਕੋ ਅਦਕ ਵਸਾਇਓ, ਸਿੱਖ ਸੰਤਨ ਕੋ ਅਣਦੇ ਉਪਾਇਓ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਕਿਉਂਕਿ ਪਿਛਲੇ 2 ਦਿਨਾਂ ਤੋਂ ਕਥਾ ਨਹੀਂ ਹੋ ਸਕੀ, ਉਸ ਤੋਂ ਪਹਿਲੋਂ ਆਪ ਜੀ ਨੇ ਜੋ ਸਰਵਣ ਕੀਤਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਜੀ ਜੰਗ ਜਿੱਤ ਕੇ ਕੀਰਤਪੁਰ ਸਾਹਿਬ ਆਏ ਨੇ। ਇੱਥੇ ਬੁੱਢਣ ਸ਼ਾਹ ਜੀ ਜਿਹੜੇ ਨੇ ਉਹ ਸਰੀਰ ਨੂੰ ਛੱਡ ਗਏ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ। ਗੁਰੂ ਸਾਹਿਬ ਜੀ ਨੇ ਬਾਬਾ ਬੁੱਢਣ ਸਾਹਿਬ ਦੇ ਸਰੀਰ ਨੂੰ ਕਬਰ ਦੇ ਵਿੱਚ ਦਫਨਾਇਆ ਹੈ ਕਿ ਜਿਵੇਂ ਉਹਨਾਂ ਦੀ ਮਰਿਆਦਾ ਹੈ ਉਸੇ ਮੁਤਾਬਕ ਸਰੀਰ ਨੂੰ ਸਾਂਭਿਆ ਗਿਆ। ਉਸ ਤੋਂ ਬਾਅਦ ਆਪ ਜੀ ਨੇ ਸਰਵਣ ਕੀਤਾ ਕਿ ਪਿੱਛੇ ਬਾਦਸ਼ਾਹ ਨੂੰ ਹਾਰ ਦੀ ਖਬਰ ਮਿਲੀ, ਬੜਾ ਕਲਪਿਆ, ਬੜਾ ਪਛਤਾਇਆ ਕਿ ਲੱਖ ਬੰਦਾ ਭੇਜਿਆ, ਸਾਰੇ ਮਰਵਾ ਕੇ ਬੈਠ ਗਿਆ, ਹੱਥ ਵੀ ਕੁਝ ਨਹੀਂ ਆਇਆ। ਉੱਥੇ ਫਿਰ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਪਿਛਲੀਆਂ ਗੱਲਾਂ ਵੀ ਸਾਰੀਆਂ ਇੱਥੇ ਕਰਾਈਆਂ ਕਿ ਬਾਬਰ ਤੋਂ ਲੈ ਕੇ ਜਿਹੜੇ ਤੁਹਾਡੇ ਵੱਡੇ ਵਡੇਰੇ ਨੇ ਇਸ ਗੁਰੂ ਘਰ ਦੇ ਅੱਗੇ ਆ ਕੇ ਉਹਨਾਂ ਨੇ ਮੱਥਾ ਟੇਕਿਆ ਹੈ, ਮੱਥਾ ਝੁਕਾਇਆ ਹੈ, ਮੱਥਾ ਲਾਇਆ ਨਹੀਂ। ਉਹਨਾਂ ਦੇ ਬਚਨਾਂ ਕਰਕੇ ਰਾਜ ਭਾਗ ਸੀ, ਪਰ ਬਾਦਸ਼ਾਹ ਜਦੋਂ ਤੋਂ ਗੱਦੀ ਤੇ ਤੂੰ ਬੈਠਾ ਹੈ ਤੂੰ ਗੁਰੂ ਘਰ ਨਾਲ ਮੱਥਾ ਲਾਉਂਦੇ ਰਿਹਾ ਹੈ। ਇਹ ਸਮਝਾਉਣਾ ਕੀਤਾ ਕਿ ਜਿੰਦੇ ਨਾਲ ਮੱਥਾ ਲਾਉਣਾ ਉਹ ਆਪ ਖੁਦਾ ਹੈ, ਆਪ ਰੱਬ ਹੈ। ਤੇ ਬਾਦਸ਼ਾਹ 1 ਲੱਖ ਦੀ ਤੇ ਗੱਲ ਛੱਡ, ਜੇ ਸਾਰੀ ਦੁਨੀਆ ਨੂੰ ਤਾਂ ਆਪਣੀ ਫੌਜ ਬਣਾ ਲੈਣਾ, ਦੁਨੀਆ ਤੇ ਸਾਰੇ ਹਥਿਆਰ ਲੈ ਕੇ ਪਹੁੰਚ ਜਾਏ, ਸਾਰੀ ਦੁਨੀਆ ਵੈਰੀ ਹੋ ਕੇ ਆ ਜਾਏ ਤੇ ਗੁਰੂ ਸਾਹਿਬ ਜੀ ਫਿਰ ਵੀ ਜਿੱਤਣਗੇ, ਤੇਰੇ ਸਾਰੇ ਬੰਦੇ ਫਿਰ ਵੀ ਮਾਰੇ ਜਾਣੇ ਨੇ। ਉਰੇ ਸੁਣ ਕੇ ਬਾਦਸ਼ਾਹ ਨੇ ਉੱਥੋਂ ਗੁਰੂ ਸਾਹਿਬ ਜੀ ਵੱਲੇ ਅੰਮ੍ਰਿਤਸਰ ਵੱਲੇ ਮੂੰਹ ਕੀਤਾ, ਧਰਤੀ ਤੇ ਲੰਮੇ ਪੈ ਕੇ ਬਾਰ-ਬਾਰ ਨਮਸਕਾਰ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ, ਪਿਛਲੇ ਮੇਰੇ ਅਵਗੁਣ ਬਖਸ਼ ਦਿਆ ਜੀ। ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਮੱਥਾ ਨਹੀਂ ਲਾਵਾਂਗਾ, ਜੇ ਕਿਤੇ ਮਿਲ ਹੋ ਵੀ ਗਿਆ ਤੇ ਮੱਥਾ ਟੇਕਾਂਗਾ। ਬਾਦਸ਼ਾਹ ਨੂੰ ਉੱਥੇ ਮੱਥਾ ਟੇਕਿਆ। ਇਸ ਤੋਂ ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਤੇ ਬਾਦਸ਼ਾਹ ਦੀ ਗੱਲ ਉੱਧਰ ਹੋਈ ਬੀਤੀ, ਇੱਧਰ ਅੱਗੇ ਸਤਿਗੁਰੂ ਜੀ ਦੀ ਕਥਾ ਸੁਣੋ ਕਿ ਗੁਰੂ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਨੂੰ ਇੱਥੇ ਰਹਿ ਕੇ ਬਹੁਤ ਵਸਾਇਆ, ਬਹੁਤ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ। ਕਬਹੂ ਜਾਏ ਗੁਰ ਕਰੇ ਅਖੇਰੈ, ਹੋਏ ਬਹੰਗ ਮ੍ਰਿਗ ਮੁਕਤ ਕਨੇਰੈ। ਕਦੇ ਗੁਰੂ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆਉਂਦੇ ਨੇ, ਕਦੇ ਸ਼ਿਕਾਰ ਖੇਡਣ ਜਾਂਦੇ ਨੇ। ਸ਼ਿਕਾਰ ਖੇਡ ਕੇ ਕਈ ਜਿਹੜੇ ਪੰਛੀ ਨੇ ਉਹਨਾਂ ਦਾ ਉਧਾਰ ਕਰਦੇ ਨੇ। ਬਹੁਤ ਸੰਗਤ ਦਰਸ਼ਨ ਕੋਈ ਆਵੇ, ਧਣੀ ਮਸੰਦ ਦਰਬ ਬਹੁ ਲਿਆਵੇ। ਬਹੁਤ ਸਾਰੀ ਸੰਗਤ ਕੀਰਤਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਆਉਂਦੀ ਹੈ। ਵੱਡੇ ਵੱਡੇ ਜਿਹੜੇ ਮਸੰਦ ਨੇ ਬਹੁਤ ਸਾਰਾ ਧਨ ਲਿਆ ਕੇ ਗੁਰੂ ਸਾਹਿਬ ਜੀ ਨੂੰ ਅਰਪਣ ਕਰਦੇ ਨੇ।
चारों दिस के गुर की कार, नित प्रति आवे दरब उधार। चार पैसों कार सेवा जिहड़ी है गुरु साहब की दसवंध की माया हुंदी है। निता प्रति दरब ये रुपया पैसा हुंदा है। रात दिवस होए दीरघ देग, तजो जंग रह बिन उद वेग। क्योंकि जिन्ना धन आउंदा उन्ना खर्चा भी हुंदा। दिन रात 24 घंटे लंगर चलदा, देग चलदी है। हुण जंग तो गुरु साहब जी इत्थे एकांत विच आके एक थां ते पहाड़ी इलाके दे विच बैठे हुए ने। जंग जदों हुण अगे कोई नहीं। मेला लग्यो रहे दरबार, दर्शन देखे आनंद उधार। सतगुरु के चरणों विच गुरु घर दे विच दिन रात मेला ही लग्या रहिंदा है। दर्शन करके गुरु के सिखां नूं आनंद मिलता है। कथा कीर्तन दिन प्रत होए, सुन सुन मन निर्मल सब कोए। कथा कीर्तन गुरु के बचन सुन सुन के मन निर्मल हुंदे ने। एक दिन बैठे सभा लगाए, दूर देश ते द्वै सिख आए। एक दिन इस तरह आसा की वार का भोग पाया गया। उस तो बाद गुरु साहब जी दरबार सजा के बैठे ने, सभा लगी हुई है। दूर देश तो भाव के पंजाब तो बाहरों दूरों दूर देश तो 2 सिख आए ने। तिह के संगत लिखे अरदास, पहुँचाई सतगुरु के पास। जिथों सिख आए ने उत्थों की सारी सिख संगत ने एक अरदास बेनती लिख के भेजी इन्हों के हथ। इन्हों ने वो चिट्ठी वो बेनती गुरु साहब के चरणों च रखी, गुरु साहब नूं दिती। कर बंधन तर दीन अगारे, खोल सुपठी हकीकत सारी। ये चिट्ठी उन्होंने गुरु साहब के चरणों च रख के जो मत्था टेकिया, गुरु साहब ने चिट्ठी नूं खोलिया, पढ़िया। पढ़ के उस इलाके दे नगर दे पिंड दे जिहड़े सिख ने उन्होंने भावना नूं भी समझिया है। सिर सतगुर तुम हो बस प्रेम, पहुँचो सिखण टिकद हुसेम। हुण चिट्ठी दे विच लिखिया कि हे सतगुरु जी, तुसीं प्रेम दे वस विच रहिंदे हो। साडे नगर दी पिंड दी सारी संगत, सारा नगर आप जी नूं बड़ा ही प्रेम करदा, किरपा करो इत्थे पहुँच के सानू सिखां नूं इस उपदेश दे के साडा भी कल्याण करो। क्योंकि जे कोई कहे दर्शनां दी चाहत बड़ी है, आउणा भी चाहे, तो यह हो नहीं सकता कि सारे पिंड आ सके। छोटे बच्चे भी ने, बजुर्ग भी ने, सारे दे सारे घर छड्ड के आ भी नहीं सकते। तुसीं किरपा करो, इत्थे आके साडा कल्याण करो, सानू दात बख्शो। ये सब देश दास गुर केरा, चाहत है इत दर्शन हेरा। ते सतगुरु जी कला साडा पिंड ही ने, सारा देश ही तुहाडा सेवक है, सिख है। इधर दा सारा इलाका ही चाहुंदा है कि तुसीं इधर आके दर्शन दिओ। आपनो घर पावन को करै, रावर के पावन जब परै। सतगुरु जी जो तुहाडे पावन चरण पैणगे, साडे घर भी पवित्र होणगे, साडे अंदर हिरदे भी पवित्र होणगे। सुन सतगुर श्री मुख मुस्काए, देश दूर बहु कित को जाए। हुण ये सुन के सतगुरु जी पढ़ के मुस्करा पे, क्योंकि गुरु साहब जी हुण चाहुंदे सन जंग युद्ध छड्ड के ते कुछ समा जिहड़ा कीरतपुर साहब दे विच टिक के बैठना है। वैसे गुरु साहब जी बड़ी दूर दूर तक भी गए, कश्मीर तक भी गए, पर हुण विचार करते हैं कि यह इलाका दूर है। यूपी दे विच नगर पिंड है, जिहड़े नगर का नाम भी अगे जाके कवि संतोख सिंह ने लिखना, देव नगर यूपी के इलाके विच है। हुण सतगुरु जी मुस्कराए ने। विधि चंद के दिशा निहारा, हित भेजन के बाक उचारा। सतगुरु जी ने भाई विधि चंद नूं वेख्या मुस्करा के। सतगुरु चाहुंदे ने भाई विधि चंद साडी थां ते तुसीं जाओ, और गुरु साहब ने बचन भी कीते उत्थे भाई विधि चंद नूं। देखो विधि चंद, गुरु साहब जी ने विधि चंद नूं केवल गुरु का सीना ही नहीं किया, सीना बढ़ाया भी कि साडी थां ते तुसीं जाओ। किड्डे को वड्डे भागा वाला होएगा कि गुरु की थां ते जाना है।
ਤੋਹੇ ਮੋਹੇ ਮੈਂ ਭੇਦ ਨ ਕੋਈ, ਪਹੁੰਚੋ ਤਹਾਂ ਸਿਦਕ ਲਿਹੁ ਜੋਈ। ਸਤਿਗੁਰੂ ਜੀ ਕਹਿੰਦੇ ਨੇ ਬਿਧੀ ਚੰਦ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ, ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ 'ਚ ਵੀ ਕਹੇ ਨੇ, ਗੁਰੂ ਸਿੱਖ ਸਿੱਖ ਗੁਰੂ ਹੈ। ਪਰ ਕੋਈ ਸਿੱਖ ਗੁਰੂ ਦਾ ਹੋ ਜਾਵੇ ਸਹੀ ਤੇ ਗੁਰੂ ਤੋਂ ਸਿੱਖ ਦਾ ਹੁੰਦਾ ਹੀ ਹੈ। ਤੇਰੇ ਵਿੱਚ ਮੇਰੇ ਵਿੱਚ ਭੇਦ ਕੋਈ ਨਹੀਂ, ਸਾਡੀ ਥਾਂ ਤੇ ਤੁਸੀਂ ਉੱਥੇ ਪਹੁੰਚੋ, ਸਿਦਕ ਰੱਖੋ, ਭਰੋਸਾ ਰੱਖੋ ਤੇ ਸਾਡੀ ਥਾਂ ਤੇ ਜਾ ਕੇ ਤੁਸੀਂ ਦਰਸ਼ਨ ਦਿਓ। ਸਭ ਸੰਗਤ ਕੋ ਦਰਸ਼ਨ ਦੀਜੈ, ਗੁਰ ਕੀ ਕਾਰ ਸੰਭਾਰ ਸੋ ਲੀਜੈ। ਉੱਥੋਂ ਸਾਰੀਆਂ ਸੰਗਤਾਂ ਨੂੰ ਜਾ ਕੇ ਦਰਸ਼ਨ ਦਿਓ, ਕਾਰ ਭੇਟਾ ਜਿਹੜੀ ਸਾਂਭ ਕੇ ਰੱਖਿਓ ਉਹ ਲੈ ਕੇ ਆ ਜਾਇਓ। ਸੁਣ ਆਇਸ ਕੋ ਬਿਲਮ ਨਾ ਕਰੇ, ਚਲਣ ਹੇਤ ਮਨਸਾ ਉਰ ਧਰੀ। ਭਾਵੇਂ ਬੜਾ ਵੱਡਾ ਅਹੁਦਾ ਹੈ ਕਿ ਸਾਡੀ ਥਾਂ ਤੇ ਜਾਓ, ਪਰ ਕਿਉਂਕਿ ਗੁਰੂ ਕਾ ਸਿੱਖ ਹੈ ਨਾ, ਗੁਰੂ ਕੇ ਸਿੱਖ ਨੇ ਤੇ ਸਤ ਬਚਨ ਹੀ ਕਹਿਣਾ ਹੈ। ਬਿਲਕੁਲ ਦੇਰ ਨਹੀਂ ਕੀਤੀ, ਉਸੇ ਵੇਲੇ ਉੱਠ ਕੇ ਖਲੋ ਗਿਆ, ਹੱਥ ਜੋੜੇ, ਸਤਿਗੁਰੂ ਜੀ ਸਤ ਬਚਨ ਤੁਸੀਂ ਕਹਿੰਦੇ ਹੋ ਤੇ ਜ਼ਰੂਰ ਜਾਵਾਂਗਾ। ਚਰਨ ਕਮਲ ਕੋ ਬੰਧਨ ਕਰ ਕੈ, ਗਮਣਿਓ ਬਿਧੀ ਚੰਦ ਹਿਤ ਧਰ ਕੈ। ਔਰ ਭਾਈ ਬਿਧੀ ਚੰਦ ਨੂੰ ਉੱਠਦਿਆਂ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਕਿ ਸਤਿਗੁਰੂ ਜੀ ਤੁਹਾਡੀ ਆਗਿਆ ਤੇ ਮੈਂ ਹੁਣੇ ਜਾਣਾ। ਚੱਲਣ ਵਾਸਤੇ ਤਿਆਰ ਹੋਇਆ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਨੰਬਰ 34 ਖਤਮ ਕੀਤਾ, ਕਿਉਂਕਿ ਥੋੜ੍ਹਾ ਜਿਹਾ ਰਹਿ ਗਿਆ ਸੀ। ਅਧਿਆਇ ਨੰਬਰ 35 ਇੱਥੋਂ ਸ਼ੁਰੂ ਕਰਦੇ ਅੱਗੇ ਲਿਖਦੇ ਨੇ, ਦੋਹਰਾ ਅਜਮਤ ਦੇ ਸਿਰੇ ਸਤਿਗੁਰੂ ਵਿਦਿਆ ਦਿਓ ਪਠਾਏ। ਸਤਨਾਮ ਸ੍ਰੀ ਮੰਤਰ ਜਪ ਪਹੁੰਚੋ ਮਗ ਸਹਿਸਾਏ। ਔਰ ਗੁਰੂ ਸਾਹਿਬ ਜੀ ਨੇ ਭਾਈ ਬਿਧੀ ਚੰਦ ਨੂੰ ਫਿਰ ਖਾਲੀ ਨਹੀਂ ਭੇਜਿਆ, ਆਪਣੀਆਂ ਰਹਿਮਤਾਂ ਆਪਣੀਆਂ ਤਾਕਤਾਂ ਦੇ ਕੇ ਭੇਜਿਆ, ਅਜ਼ਮਤ ਦੇ ਕੇ ਭੇਜਿਆ। ਤੇ ਜੋ ਮੰਤਰ ਗੁਰੂ ਸਾਹਿਬ ਨੇ ਦਿੱਤਾ, ਸਤਨਾਮ ਗੁਰ ਮੰਤਰ ਹੈ, ਜਪ ਹੁਮੈ ਖੋਈ। ਇਹ ਮੰਤਰ ਸਾਰੇ ਸਿੱਖਾਂ ਵਾਸਤੇ ਹੈ। ਭਾਈ ਬਿਧੀ ਚੰਦ ਨੂੰ ਇਹ ਮੰਤਰ ਮਿਲਿਆ ਹੈ। ਔਰ ਭਾਈ ਬਿਧੀ ਚੰਦ ਇਹ ਮੰਤਰ ਪੜ੍ਹਦਾ ਹੋਇਆ, ਸਤਨਾਮ ਵਾਹਿਗੁਰੂ ਜਪਦਾ ਹੋਇਆ, ਸਾਰਾ ਪੈਂਡਾ ਤੈਅ ਕਰ ਗਿਆ, ਯੂਪੀ ਦੇ ਉਸ ਇਲਾਕੇ ਵਿੱਚ ਪਹੁੰਚ ਗਿਆ। ਪੂਰਬ ਦੱਖਣ ਸੰਤ ਜੇ ਹੈ, ਅਗਣ ਕੋਣ ਮਹਿਸੇ ਨਰ ਰਹਿ। ਹੁਣ ਇਹ ਜਿਹੜਾ ਦਿਓ ਨਗਰ ਹੈ, ਇਹ ਪੂਰਬ ਤੇ ਦੱਖਣ ਦੇ ਵਿੱਚ ਵਿਚਲੀ ਦਿਸ਼ਾ ਜਿਹੜੀ ਹੈ, ਅਗਣ ਕੋਣ ਜਿਹਨੂੰ ਕਿਹਾ ਜਾਂਦਾ ਹੈ। ਹੁਣ ਇੱਕ ਦਿਸ਼ਾ ਪੂਰਬ ਹੈ, ਇੱਕ ਦੱਖਣ ਹੈ, ਤੇ ਵਿਚਕਾਰਲਾ ਜਿਹਨੂੰ ਕੋਣਾ ਕਿਹਾ ਜਾਂਦਾ ਹੈ। ਇਸ ਪਾਸੇ ਭਾਈ ਬਿਧੀ ਚੰਦ ਜੀ ਗਏ ਨੇ, ਜਿੱਥੇ ਪਿੰਡ ਹੈ। ਤਿਤ ਕੋ ਅਜਮਤ ਕੋ ਕਰ ਜੋਰ, ਚਾਹੇ ਪਹੁੰਚੋ ਭਾ ਇਕ ਠੌਰ। ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਹੋਇਆ ਪਿੰਡ ਨੂੰ ਮੁਕਾ ਕੇ ਭਾਈ ਸਾਹਿਬ ਜੀ ਉੱਥੇ ਪਹੁੰਚੇ ਨੇ। ਦਿਓ ਨਗਰ ਇੱਕ ਤਹਾਂ ਬਸੰਤਾ, ਸੁੰਦਰ ਸ਼ਾਹ ਫਕੀਰ ਰਹੰਤਾ। ਹੁਣ ਯੂਪੀ ਦਾ ਇਲਾਕਾ ਹੈ ਦਿਓ ਨਗਰ, ਇੱਥੇ ਪਿੰਡ ਹੈ ਛੋਟਾ ਜਿਹਾ। ਪਿੰਡ ਹੁਣ ਬਹੁਤਾ ਵੱਡਾ ਹੈ, ਉਦੋਂ ਛੋਟਾ ਜਿਹਾ ਪਿੰਡ ਸੀ, ਦਿਓ ਪਿੰਡ। ਔਰ ਇਸੇ ਪਿੰਡ ਦੇ ਨੇੜੇ ਬਾਰ-ਬਾਰ ਜੰਗਲਾਂ ਦੇ ਵਿੱਚ ਇੱਕ ਫਕੀਰ ਰਹਿੰਦਾ ਹੈ, ਜਿਹਦਾ ਨਾਂ ਸੁੰਦਰ ਸ਼ਾਹ ਹੈ। ਤਹਾਂ ਸ਼ੁਸ਼ਕ ਤਰ ਹੇਰਣ ਕਰਿਓ, ਬੈਠ ਬਿਧੀ ਚੰਦ ਆਨੰਦ ਧਰਿਓ। ਉਸ ਪਿੰਡ ਦੇ ਬਾਰ-ਬਾਰ ਭਾਈ ਬਿਧੀ ਚੰਦ ਜੀ ਪਹੁੰਚੇ ਤੇ ਦੇਖਿਆ ਇੱਕ ਰੁੱਖ ਹੈ ਪਰ ਸੁੱਕਾ ਹੋਇਆ ਹੈ। ਭਾਈ ਬਿਧੀ ਚੰਦ ਸਤਨਾਮ ਵਾਹਿਗੁਰੂ ਕਹਿ ਕੇ ਉਸ ਰੁੱਖ ਦੇ ਥੱਲੇ ਬੈਠ ਗਏ। ਹਰਿਓ ਹੋਤ ਭਾਤ ਤਕਾਲਾ, ਪੁਰਜਨ ਪੇਖ ਅਚੰਬ ਵਿਸਾਲਾ। ਕਿਉਂਕਿ ਸਤਿਗੁਰੂ ਦੀਆਂ ਬਖਸ਼ੀਆਂ ਹੋਈਆਂ ਤਾਕਤਾਂ ਸਨ। ਭਾਈ ਬਿਧੀ ਚੰਦ ਜੀ ਤੋਂ ਸਤਨਾਮ ਵਾਹਿਗੁਰੂ ਕਰਕੇ ਬੈਠੇ, ਚੌਂਕੜਾ ਮਾਰਿਆ, ਉਸੇ ਵੇਲੇ ਸੁੱਕਾ ਰੁੱਖ ਜਿਹੜਾ ਰੁੱਖ ਹੈ ਹਰਾ ਹੋ ਗਿਆ। ਔਰ ਇਵੇਂ ਦੀ ਗੱਲ ਜਿਹੜੀ ਫੈਲਦੀ ਬੜੀ ਛੇਤੀ ਹੈ। ਸਾਰੇ ਪਿੰਡ ਦੇ ਵਿੱਚ ਮਿੰਟੋ ਮਿੰਟੇ ਖਬਰ ਫੈਲ ਗਈ, ਕੋਈ ਸਿੱਖ ਆਇਆ ਹੈ ਕਿ ਜਿਹੜਾ ਸੁੱਕੇ ਰੁੱਖ ਦੇ ਥੱਲੇ ਬੈਠਾ ਰੁੱਖ ਹਰਾ ਹੋ ਗਿਆ। ਆਏ ਸਭਨ ਸੇਵਾ ਬੜਕੀਨ, ਦੇਖੇ ਜਨ ਮਹਾਤਮਾ ਚੀਨ। ਹੁਣ ਸਾਰਿਆਂ ਨੂੰ ਨਹੀਂ ਪਤਾ ਕਿ ਭਾਈ ਬਿਧੀ ਚੰਦ ਛੇਵੇਂ ਸਤਿਗੁਰੂ ਜੀ ਦੇ ਸਿੱਖ ਨੇ, ਪਰ ਸੁਣ ਕੇ ਆਏ ਸਾਰੇ, ਨਮਸਕਾਰ ਸਭ ਨੇ ਕੀਤੀ। ਸਭ ਨੇ ਇਹ ਸਮਝਿਆ ਕਿ ਕੋਈ ਮਹਾਤਮਾ, ਕੋਈ ਮਹਾਂਪੁਰਸ਼ ਹੈ। ਸੁੰਦਰ ਸ਼ਾਹੋ ਬਸੇ ਤਿਹ ਕਾਨਣ,
ਸੁਣਤ ਭਇਓ ਮਹਿਮਾ ਇਹ ਕਾਨਣ। ਹੁਣ ਸੁੰਦਰ ਸ਼ਾਹ ਵੀ ਉੱਥੇ ਨੇੜੇ ਜੰਗਲ ਦੇ ਵਿੱਚ ਰਹਿੰਦਾ ਸੀ, ਔਰ ਇਵੇਂ ਦੀ ਗੱਲ ਬੜੀ ਛੇਤੀ ਜਾਂਦੀ ਦੂਰ ਦੂਰ ਤੱਕ। ਸੁੱਕਾ ਰੁੱਖ ਹਰਿਆ ਹੋਣ ਵਾਲੀ ਜਿਹੜੀ ਮਹਿਮਾ ਹੈ, ਇਸ ਸੁੰਦਰ ਸ਼ਾਹ ਨੇ ਵੀ ਸੁਣੀ ਆਪਣੇ ਕੰਨਾਂ ਦੇ ਨਾਲ। ਮਹਾਂਪੁਰਖ ਕੇ ਆਵਣ ਕਰਿਓ, ਬੈਠਤ ਸ਼ੁਸ਼ਕ ਬ੍ਰਿਸ਼ ਪਾ ਹਰਿਓ। ਇਹਨੇ ਸੁਣਿਆ ਕੋਈ ਮਹਾਂਪੁਰਸ਼ ਆਏ ਨੇ ਕਿ ਸੁੱਕੇ ਰੁੱਖ ਦੇ ਥੱਲੇ ਬੈਠਦਿਆਂ ਨਾਲ ਰੁੱਖ ਜਿਹੜਾ ਹਰਿਆ ਹੋ ਗਿਆ ਹੈ। ਬਿਸਮਤ ਹੋਏ ਹਿਰਨ ਕੋ ਚਾਹਾ, ਕਿਹਰ ਏਕ ਹਕਾਰਿਓ ਪਾਹਾ। ਹੁਣ ਮਹਾਂਪੁਰਸ਼ ਸੀ ਸੁੰਦਰ ਸ਼ਾਹ, ਇਲਾਕੇ ਵਿੱਚ ਬੜੀ ਇੱਜ਼ਤ ਸੀ। ਔਰ ਇਹ ਵੀ ਇੱਕ ਬੜਾ ਵੱਡਾ ਰੋਗ ਹੈ, ਦਵੈਸ਼, ਕਿ ਜੇ ਮੇਰੀ ਇੱਜ਼ਤ ਹੈ, ਮੇਰਾ ਸਨਮਾਨ ਹੈ, ਤੇ ਮੇਰੇ ਤੋਂ ਵੱਧ ਕਿਸੇ ਹੋਰ ਦਾ ਨਾ ਹੋ ਜੇ। ਇਹਨੇ ਸੋਚਿਆ ਕਿ ਜਾ ਕੇ ਦੇਖਾਂ ਸੀ ਮਹਾਂਪੁਰਸ਼ ਕਿਹੜੇ ਨੇ, ਕਿ ਜੇ ਇੱਥੇ ਆ ਕੇ ਵਸ ਗਏ, ਟਿਕ ਗਏ, ਤੇ ਲੋਕਾਂ ਨੇ ਮੈਨੂੰ ਛੱਡ ਕੇ ਇਹਨਾਂ ਕੋਲ ਜਾਣ ਲੱਗ ਜਾਣਾ ਹੈ। ਇਹਨੇ ਡਰਾਉਣ ਦੇ ਵਾਸਤੇ ਇੱਕ ਕੇਰੀ ਸ਼ੇਰ ਦੀ ਸਵਾਰੀ ਕਰਕੇ ਆਇਆ। ਕੇਰੀ ਸ਼ੇਰ ਆਪ ਜੀ ਜਾਣਦੇ ਹੋ, ਕਿਹਾ ਜਾਂਦਾ ਹੈ ਕਿ ਬੱਬਰ ਸ਼ੇਰ ਹੁੰਦਾ, ਇੱਕ ਸ਼ੇਰ, ਇੱਕ ਬੱਬਰ ਸ਼ੇਰ, ਤੇ ਕਈ ਬੱਬਰ ਸ਼ੇਰ ਜਿੰਨੀ ਤਾਕਤ ਇਸ ਇਕੱਲੇ ਕੇਰੀ ਸ਼ੇਰ ਦੇ ਵਿੱਚ ਹੈ। ਉਸ ਕੇਰੀ ਸ਼ੇਰ ਦੀ ਸਵਾਰੀ ਕਰਕੇ ਆਇਆ। ਹੋਏ ਅਰੂੜ ਬਿਧੀਏ ਟਿਕੇ ਆਇਓ, ਆਪਣੇ ਸ਼ੇਰ ਤੇ ਚਾਹਤ ਡਰਾਇਓ। ਆਪਣੀ ਕਰਾਮਾਤ ਨਾਲ ਸ਼ੇਰ ਦੇ ਉੱਤੇ ਜਿਹੜੇ ਚੜ੍ਹ ਕੇ ਆਏ, ਉਸ ਸ਼ੇਰ ਦੇ ਰਾਹੀਂ ਭਾਈ ਬਿਧੀ ਚੰਦ ਨੂੰ ਇਹ ਡਰਾਉਣਾ ਚਾਹੁੰਦਾ ਹੈ। ਉਤੇ ਨਰਨ ਕੇ ਭੀਰ ਵਡੇਰੇ, ਕੇ ਹਰ ਭੀਮ ਆਵਤੇ ਹੇਰੇ। ਲੋਕਾਂ ਦੇ ਭੀੜ ਭਾਈ ਬਿਧੀ ਚੰਦ ਦੇ ਚਾਰ ਚੁਫੇਰੇ ਲੱਗੀ ਹੋਈ ਸੀ। ਜਦੋਂ ਦੂਰੋਂ ਦੇਖਿਆ ਕਿ ਬੜਾ ਵੱਡਾ ਕੇਰੀ ਸ਼ੇਰ ਆਉਂਦਾ ਹੈ। ਹੋਏ ਅਰੂੜ ਭਾਜ ਲੋਕ ਜਾਏ ਪੁਰਬਰੇ, ਬਿਧੀ ਚੰਦ ਇੱਕ ਥਿਰਤਾ ਧਰੇ। ਜਿੰਨੇ ਭਾਈ ਬਿਧੀ ਚੰਦ ਦੇ ਚਾਰ ਚੁਫੇਰੇ ਬੈਠੇ ਸਨ ਲੋਕ, ਹੁਣ ਸ਼ੇਰ ਨੂੰ ਵੇਖ ਕੇ ਸਾਰੇ ਕਰਦੇ ਨੇ ਆਪਣੀ ਜਾਨ ਬਚਾਉਣ ਵਾਸਤੇ ਭੱਜੇ, ਕਿ ਘਰਾਂ ਦੇ ਵਿੱਚ ਜਾ ਕੇ ਦਰਵਾਜ਼ੇ ਬੰਦ ਕਰ ਲਏ। ਇਕੱਲਾ ਬਿਧੀ ਚੰਦ ਬੈਠਾ ਰਹਿ ਗਿਆ, ਬਾਕੀ ਸਾਰੇ ਭੱਜ ਗਏ। ਸੁੰਦਰ ਸ਼ਾਹ ਨਿਕਟ ਜਬੇ ਆਇਓ, ਨਿਜ ਕੇ ਹਿਰਤੇ ਚਹਿਤ ਗਹਾਇਓ। ਸੁੰਦਰ ਸ਼ਾਹ ਨੇੜੇ ਆਇਆ ਤੇ ਆਪਣੇ ਕੇਰੀ ਸ਼ੇਰ ਤੋਂ ਚਾਹੁੰਦਾ ਹੈ ਕਿ ਇਹ ਕੇਰੀ ਸ਼ੇਰ ਜਾ ਕੇ ਭਾਈ ਬਿਧੀ ਚੰਦ ਨੂੰ ਫੜੇ, ਉਹਨੂੰ ਡਰਾਵੇ। ਤਬ ਬਿਧੀਏ ਚੱਖ ਤਾੜ ਬਿਲੁਕਾ, ਆਵਦ ਚਲਿਓ ਤੁਰਤ ਹੀ ਰੁਕਾ। ਪਰ ਇਹ ਸੁੰਦਰ ਸ਼ਾਹ ਨੂੰ ਨਹੀਂ ਪਤਾ ਕਿ ਭਾਈ ਬਿਧੀ ਚੰਦ ਉਹ ਗੁਰੂ ਕਾ ਸਿੱਖ ਹੈ, ਜਿਹਨੇ ਇਵੇਂ ਦੇ ਸ਼ੇਰ ਥੋੜ੍ਹਾ ਸਮਾਂ ਪਹਿਲੋਂ 1,00,000 ਦੇ ਕਰੀਬ ਸਨ, ਆਪਣੇ ਕੋਲ ਸ਼ੇਰ ਹੀ ਬਣ ਕੇ ਆਏ ਸਨ। ਰਾਤੋਂ ਰਾਤ ਇੱਕ ਦਿਨ ਦੇ ਵਿੱਚ 5 ਪੈਰਾਂ ਦੇ ਵਿੱਚ ਉਹ ਖਪਾ ਦਿੱਤੇ ਸਨ, ਤੇ ਇਹ ਸ਼ੇਰ ਕਿਹੜੀ ਚੀਜ਼ ਹੈ। ਭਾਈ ਬਿਧੀ ਚੰਦ ਨੇ ਐਨ ਨਿਗਾਹ ਭਰ ਕੇ ਪੂਰੇ ਧਿਆਨ ਦੇ ਨਾਲ ਕੇਰੀ ਸ਼ੇਰ ਨੂੰ ਵੇਖਿਆ, ਤੇ ਮੁੱਖ ਤੋਂ ਬੋਲਦੇ ਨੇ ਸਤਿਨਾਮ ਵਾਹਿਗੁਰੂ। ਜਦੋਂ ਛੇਵੇਂ ਪਾਤਸ਼ਾਹ ਜੀ ਦਾ ਕੀਤਾ ਸਿਮਰਨ, ਉਹ ਸ਼ੇਰ ਉੱਥੇ ਰੁਕ ਗਿਆ। ਭਇਓ ਅਥੰਬ ਸਿਲਾ ਸਮਸ਼ੇਰ, ਚਰਨ ਬਦਨ ਹਾਲਤ ਨਹਿ ਫੇਰ। ਤੇ ਕੱਲਾ ਰੁਕਿਆ ਹੀ ਨਹੀਂ, ਕਹਿੰਦੇ ਇਵੇਂ ਇੱਕ ਥਾਂ ਤੇ ਜੰਮ ਕੇ ਖਲੋ ਗਿਆ, ਜਿਵੇਂ ਥੰਮ ਹੁੰਦਾ, ਜਿਵੇਂ ਬੁੱਤ ਹੁੰਦਾ। ਉਸ ਤੋਂ ਬਾਅਦ ਉਹ ਕੇਰੀ ਸ਼ੇਰ ਇੱਕ ਪੈਰ ਵੀ ਅੱਗੇ ਨਹੀਂ ਉਹਨੇ ਧਰਿਆ। ਨਿਜ ਅਜਮਤ ਕੋ ਸੁੰਦਰ ਸ਼ਾਹੂ, ਲਾਏ ਰਹਿਓ ਜੋਤਕ ਸਿਪਾਹੂ। ਆਪਣੀਆਂ ਸਾਰੀਆਂ ਕਰਾਮਾਤਾਂ, ਸਾਰੀਆਂ ਤਾਕਤਾਂ ਨੇ ਸੁੰਦਰ ਸ਼ਾਹ ਨੇ ਲਾ ਕੇ ਵੇਖ ਲਈਆਂ ਕਿ ਕੇਰੀ ਸ਼ੇਰ ਅੱਗੇ ਚੱਲੇ। ਜਿੰਨੀਆਂ ਤਾਕਤਾਂ ਸਨ ਸਾਰੀਆਂ ਲਾਈਆਂ, ਪਰ ਸ਼ੇਰ ਨਹੀਂ ਹਿੱਲਿਆ। ਗਰਭ ਸਰਬ ਨਿਜ ਉਰ ਕੋ ਹਰਿਓ, ਬੜੋ ਆਪਨ ਤੇ ਲੱਖ ਪਰਿਓ। ਸੁੰਦਰ ਸ਼ਾਹ ਦੇ ਵਿੱਚ ਜਿੰਨਾ ਹੰਕਾਰ ਸੀ ਸਾਰੇ ਦੂਰ ਹੋ ਗਿਆ। ਇਹ ਤੇ ਗੱਲ ਸਮਝ ਆ ਗਈ ਕਿ ਇਹ ਅਜ਼ਮਤ ਵਿੱਚ ਕਰਾਮਾਤਾਂ ਨਾਲੋਂ ਤੇ ਮੇਰੇ ਨਾਲੋਂ ਬੜਾ ਵੱਡਾ ਹੈ ਕਰਾਮਾਤਾਂ ਵਿੱਚ। ਇਹ ਕੋਈ ਸੱਚਮੁੱਚ ਮਹਾਂਪੁਰਸ਼ ਹੈ। ਜਾਏ ਬੰਦਨਾ ਕੀ ਨਾ ਗਾਰੇ, ਮਹਾਂਪੁਰਖ ਤੋਂ ਹੋ ਤਪ ਭਾਰੇ। ਹੁਣ ਅੰਦਰੋਂ ਜਦੋਂ ਹੰਕਾਰ ਦੂਰ ਹੋ ਜੇ ਫਿਰ ਨਿਮਰਤਾ ਹੁੰਦੀ ਹੈ, ਕਿਉਂਕਿ ਦੋ ਹੀ ਚੀਜ਼ਾਂ ਨੇ, ਜਾਂ ਨਿਮਰਤਾ ਤੇ ਜਾਂ ਹੰਕਾਰ, ਦੋਵੇਂ ਇਕੱਠੀਆਂ ਨਹੀਂ ਹੁੰਦੀਆਂ। ਹੰਕਾਰ ਚਲਾ ਗਿਆ, ਇਹ ਨਿਮਰਤਾ ਵਿੱਚ ਆਇਆ। ਜਾ ਕੇ ਭਾਈ ਬਿਧੀ ਚੰਦ ਦੇ ਚਰਨਾਂ ਤੇ ਸਿਰ ਰੱਖ ਦਿੱਤਾ, ਮੱਥਾ ਟੇਕ ਕੇ ਕਹਿੰਦੇ ਤੁਸੀਂ ਬੜੇ ਵੱਡੇ ਮਹਾਂਪੁਰਖ ਹੋ, ਬੜੇ ਵੱਡੇ ਤਪਸਵੀ ਹੋ।
सिमो अवज्ञा हम ते भई, केहर को अब देहो मुक्तई। सुंदर शाह कहता कि महापुरुषो हुण बख्श दो, मेरे तो गलती हो गई। ते इस शेर की तो गलती भी कोई नहीं, इनू भी बख्शो, इनू भी मुक्त करो। ये जम गया एक थां ते मुक्ति करो, ये जावे। तब विद्या कह जतन गहीर, सतनाम कह सिर को नीर। भाई बिधि चंद कहते ने सुंदर शाह जी असीं तो कुछ भी नहीं किया शेर को, असीं थोड़ी कुछ किया, क्योंकि करने वाले तो मेरे सतगुरु ने। असीं तो अपने गुरु का सिमरन किया, सतनाम वाहिगुरु क्या, धन गुरु हरगोबिंद साहब क्या है। ये रुक गया तो यही गल तू कर ले, आ पानी फड़। धन गुरु हरगोबिंद साहब कह के, सतनाम वाहिगुरु कह के पानी इनके उत्ते छिड़ के ठीक हो जाएगा। क्योंकि रोकया भी गुरु ने तेन तोड़ना भी गुरु ने, मुक्त भी गुरु ने करना है। सुंदर शाह करो जब कहो, प्राण अंत कहर तब लहियो। और सुंदर शाह ने उस तरह किया। भाई बिधि चंद ने शेर को कुछ नहीं किया। सुंदर शाह ने पानी लिया है जल, शेर के उत्ते जल छिड़किया, धन गुरु हरगोबिंद किया, सतनाम वाहिगुरु किया। उस वेले जिहड़ा शेर से कला उतों जड़ तो मुक्त नहीं होया, ये शरीर करके भी मुक्त होया। शेर कह लिए कि मर गया, शेर के प्राण निकल गए। शरीर का धड़ से जिहड़ा वो धरती ते डिग पिया। अपर देह सुंदर होए गए, विधि चंद को बंधन कई। हुण ये जां भाई बिधि चंद वेखदे ने ते जां सुंदर शाह वेखदा, होर किसी नूं नहीं पता। कि उनदे विचों एक शरीर होर निकलिया बड़ा सोहना, जिन्हें आके भाई बिधि चंद नूं नमस्कार की, जिन्हों आत्मा कहा जाता है। और इस आत्मा नूं सुंदर शाह भी वेख रहा है। देखत विस्मय सुंदर शाहू, को है तू कहो सच हम पाहू। सुंदर शाह वेख के होर हैरान हो गया। इस शेर की आत्मा नूं कहंदा, तू है कौन, मैनूं सचो सच दस। क्योंकि मैं तो अज तक तेनों शेर ही समझदा सा कि मैं तेरी सवारी करना, तू शेर है। सुनते अपने कथा सुनाई, मोको जानो किन्नर राई। ये सुन के शेर ने फिर अपनी पिछली कथा सुनाई। कहते बस ये समझ लो कि मैं गंधर्वां दा राजा हाँ, किन्नरां दा राजा हाँ। पर जे किन्नरां दा राजा तो शेर क्यों बनया। हुण ये शेर की वो आत्मा जिहड़ी वो सुनाउंदी है। मम ऊपर को देव सभा में बैठ्यो हुयो, दुर्बासा तहे आवन केयो। ये कहता कि मैं देवतियों की सभा दे विच बैठा सा, क्योंकि गंधर्वां दा मैं राजा सा। उस सभा दे विच दुर्बाशा ऋषि भी आया। मोको उलंग अगारे जाए, बैठो रिखबार सहज सुभाए। कहते दुर्बाशा ऋषि आया, मेरे को लंघ के सीधे ही अपनी थान ते अगे जाके बैठ गया। हुण जिहड़ा राजा होवे, अपने आप जो वड्डा कहवाउंदा होए, उन्होंने कोई चुक के नमस्कार भी ना करे। तो एकदम आउंदा तो है कि सीधे जाके बैठ गया कि मैं किन्नरां दा राजा सा, गंधर्व दा राजा सा, इन्हें मैनू नमस्कार नहीं की, जाके बैठ गया। मब ऊपर को उलंघ्यो जबै, रिश्ते क्रूर दृष्ट मैं तबै। हुण मैं राजा सा, मेरे को लंघिया तो बड़ा गुस्सा आया। जो गुस्सा मैनू आया, मैं इहदे वेले वेख्या गुस्से नाल, अखां लाल करके घूर के देखिया। दुर्बासे जब मोको हेरा, क्रूर बिलोकन बदन बडेरा। ते दुर्बासा रीति जिहड़ा बड़ा गुस्से वाला सी, वो भी उन्हें जो मेरे वेले देखा कि मैं उन्होंने घूर घूर के वेख रहा गुस्से नाल, ते दुर्बासा ऋषि ने सह सुभा बचन कर दिते जी। तप निद क्रोधे श्राप बखाना, मुझ दिस देखत शेर समाना। कि दुर्बाशा ऋषि तपस्या तो करता सी, पर क्रोधी बड़ा सी। मिनट च गुस्सा आ जाता सी और बोल मूँह तो कह ही दिंदा सी। मेरे वेले वेख के कहता बड़ा घूरदा पे, शेर की तरह खा जानी मैनू। बस उन्हें कहन दी देर से कि शेर की तरह घूरना पिया। ये गल मैं समझ गया कि शेर मैनू बनना ही पैना है। धरो जून अवनी तर जाए, सुन मैं बूझो बहु डर पाए।
ਕਹਿੰਦੇ ਦੁਰਵਾਸਾ ਰਿਸ਼ੀ ਨੇ ਕਹਿ ਦਿੱਤਾ, ਜੇ ਇੰਨਾ ਹੀ ਗੁੱਸਾ ਹੈ ਸ਼ੇਰ ਦੀ ਤਰ੍ਹਾਂ ਮੈਨੂੰ ਘੂਰਨਾ ਪਿਆ, ਜਾਂ ਸ਼ੇਰ ਹੀ ਬਣੇਗਾ ਜਾ ਕੇ। ਔਰ ਇਹ ਕਹਿੰਦਾ ਕਿ ਮੈਂ ਸੁਣ ਕੇ ਡਰ ਗਿਆ। ਨਾਲ ਹੀ ਮੈਂ ਹੱਥ ਜੋੜ ਕੇ ਉਸ ਰਿਸ਼ੀ ਤੋਂ ਪੁੱਛ ਵੀ ਲਿਆ, ਸਰਾਪ ਅੰਤ ਕਬ ਹੋਵੇ ਮੇਰਾ, ਕਿਰਪਾ ਕਰਤ ਬੋਲਿਓ ਤਿਸ ਬੇਰਾ। ਕਿ ਮੈਂ ਹੱਥ ਜੋੜ ਕੇ ਪੁੱਛ ਲਿਆ, ਦੁਰਵਾਸਾ ਜੀ ਹੁਣ ਕਿਰਪਾ ਕਰੋ, ਸਰਾਪ ਤੇ ਤੁਸੀਂ ਦੇ ਦਿੱਤਾ, ਪਰ ਇਹ ਸ਼ਰਾਪ ਤੋਂ ਮੈਂ ਮੁਕਤ ਕਿਵੇਂ ਹੋਵਾਂਗਾ? ਸ਼ੇਰ ਦੀ ਜੂਨ ਤੋਂ ਮੇਰਾ ਖਹਿੜਾ ਕਿਵੇਂ ਛੁੱਟੇਗਾ? ਕਹਿੰਦੇ ਦੁਰਵਾਸਾ ਰਿਸ਼ੀ ਜਿੰਨਾ ਗੁੱਸੇ ਵਾਲਾ ਸੀ, ਉਨਾ ਛੇਤੀ ਦਇਆ ਵਿੱਚ ਵੀ ਹੁੰਦਾ ਸੀ। ਉਹਨੇ ਫਿਰ ਮੇਰੇ ਤੇ ਦਇਆ ਕਰ ਦਿੱਤੀ, ਦੱਸ ਦਿੱਤਾ ਕਿ ਸ੍ਰੀ ਗੁਰੂ ਨਾਨਕ ਕਲ ਅਵਤਾਰੇ, ਸੋ ਜਬ ਖਸ਼ਟਮ ਬੱਪ ਕੋ ਧਾਰੇ। ਇਹ ਕਹਿੰਦਾ ਕਿ ਦੁਰਵਾਸਾ ਰਿਸ਼ੀ ਨੇ ਮੈਨੂੰ ਕਿਹਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਕਲਯੁਗ ਦੇ ਵਿੱਚ ਆਉਣਗੇ, ਤੇ ਫਿਰ ਉਹਨਾਂ ਦਾ 6ਵਾਂ ਰੂਪ 6ਵੇਂ ਗੁਰੂ ਜਦੋਂ ਇਸ ਧਰਤੀ ਤੇ ਹੋਣਗੇ, ਤਿਸ ਕੋ ਸਿੱਖ ਗਿਆਨੀ ਇੱਕ ਦੇਖ, ਤਬ ਮੁਕਤੈ ਕੋ ਸਰਾਪ ਵਿਸ਼ੇਖ। ਉਸ 6ਵੇਂ ਗੁਰੂ ਦਾ ਵੀ ਅੱਗੇ ਕੁਝ ਸਿੱਖ ਹੋਏਗਾ। ਜਦੋਂ ਉਸ ਸਿੱਖ ਦੇ ਤੈਨੂੰ ਕਿਤੇ ਦਰਸ਼ਨ ਹੋ ਗਏ ਸਮਾਂ ਪਾ ਕੇ, ਬਸ ਉਹ ਸਿੱਖ ਹੀ ਤੇਰੀ ਮੁਕਤੀ ਦਾ ਕਾਰਨ ਬਣੇਗਾ, ਉਦੋਂ ਤੈਨੂੰ ਮੁਕਤੀ ਮਿਲੇਗੀ। ਸੋ ਇਹ ਮਿਲਿਓ ਜੂਨ ਛੁਟ ਮੇਰੀ, ਅਬ ਮੈਂ ਕਮਣੋ ਦਰਸ਼ਨ ਹੇਰੀ। ਹੁਣ ਇਹ ਸੁੰਦਰ ਸ਼ਾਹ ਨੂੰ ਕਹਿੰਦਾ ਕਿ ਸੁੰਦਰ ਸ਼ਾਹ ਜੀ, ਉਹ ਗੁਰੂ ਦਾ ਸਿੱਖ ਮੈਨੂੰ ਮਿਲ ਗਿਆ, ਲੈ ਕੇ ਤੇ ਤੂੰ ਆਇਆ, ਪਰ ਮੇਰੇ ਵੱਡੇ ਭਾਗ ਸਨ ਕਿ ਗੁਰੂ ਦਾ ਸਿੱਖ ਮਿਲਿਆ, ਮੈਨੂੰ ਤੇ ਮੁਕਤੀ ਮਿਲ ਗਈ, ਅਸੀਂ ਤੇ ਹੁਣ ਚੱਲੇ ਆ। ਕਿ ਸੁੰਦਰ ਸ਼ਾਹ ਜੀ, ਅੱਜ ਤੋਂ ਬਾਅਦ ਮੈਂ ਤੁਹਾਡੀ ਸਵਾਰੀ ਨਹੀਂ ਕਰ ਸਕਦਾ, ਤੁਸੀਂ ਮੇਰੀ ਸਵਾਰੀ ਨਹੀਂ ਕਰ ਸਕਦੇ, ਮੈਂ ਤੁਹਾਡੀ ਸਵਾਰੀ ਨਹੀਂ ਬਣ ਸਕਦਾ, ਅਸੀਂ ਤਾਂ ਹੁਣ ਚੱਲੇ। ਭਾਗ ਧਨ ਤੂੰ ਆਪਣੇ ਜਾਨ, ਪੂਰ ਕਾਮਨਾ ਹੋਏ ਮਹਾਨ। ਉਰੇ ਜਾਂਦਾ ਜਾਂਦਾ ਕਹਿ ਕੇ ਸੁੰਦਰ ਸ਼ਾਹ, ਤੂੰ ਵੀ ਆਪਣੇ ਵੱਡੇ ਭਾਗ ਸਮਝ, ਤੇਰੀ ਕਾਮਨਾ ਵੀ ਪੂਰਨ ਹੋਏਗੀ, ਤੈਨੂੰ ਉਹ ਗੁਰੂ ਦਾ ਪੂਰਨ ਸਿੱਖ ਮਿਲ ਗਿਆ ਹੈ। ਇਮ ਕਹਿ ਨਭ ਕੇ ਔਰ ਸਿਧਾਇਓ, ਸੁੰਦਰ ਸ਼ਾਹ ਸੁਣਤ ਬਿਸਮਾਇਓ। ਕਹਿੰਦੇ ਕਹਿ ਕੇ ਉਹ ਜਿਹੜਾ ਆਤਮਾ ਸੀ ਉਹ ਤੇ ਆਕਾਸ਼ ਨੂੰ ਚਲਾ ਗਿਆ, ਔਰ ਸੁੰਦਰ ਸ਼ਾਹ ਸੁਣ ਕੇ ਇਹ ਬੜਾ ਹੈਰਾਨ ਹੋਇਆ ਕਿ ਜਿੰਦੇ ਸਵਾਰੀ ਕਰਦਾ ਰਿਹਾ, ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ। ਕਰ ਬਿਨਤੇ ਤਜ ਗਿਣਤੀ ਆਨ, ਰਾਖਿਓ ਆਪਣੇ ਨਿਕਟ ਸੁਜਾਨ। ਬਸ ਸੁੰਦਰ ਸ਼ਾਹ ਨੇ ਬਹੁਤੀਆਂ ਗਿਣਤੀਆਂ ਮਿੰਤੀਆਂ ਨਹੀਂ ਫਿਰ ਕੀਤੀਆਂ। ਭਾਈ ਬਿਧੀ ਚੰਦ ਦੇ ਚਰਨ ਫੜਦੇ ਬੜੇ ਪ੍ਰੇਮ ਦੇ ਨਾਲ ਆਪਣੇ ਕੋਲ ਰੱਖਿਆ ਕਿ ਤੁਸੀਂ ਮੇਰੇ ਕੋਲ ਹੀ ਰਹੋ ਕੁਝ ਸਮਾਂ। ਅਣਕ ਭਾਂਤ ਕੇ ਸੇਵਾ ਕਰੇ, ਸੁਣਤ ਬਚਨ ਦੁਬਦਾ ਸਭ ਹਰੇ। ਇਹਨੇ ਹਰ ਤਰ੍ਹਾਂ ਦੇ ਭਾਈ ਬਿਧੀ ਚੰਦ ਦੀ ਸੇਵਾ ਕੀਤੀ, ਆਪਣੇ ਅੰਦਰ ਦੀ ਜਿਹੜੀ ਦੁਬਦਾ ਸੀ ਨਾ ਉਹ ਦੂਰ ਕਰ ਦਿੱਤੀ ਕਿ ਗੁਰੂ ਦਾ ਸਿੱਖ ਗੁਰੂ ਦਾ ਹੀ ਰੂਪ ਹੈ, ਤੇ ਗੁਰੂ ਜਿਹੜਾ ਉਹ ਆਪ ਪਰਮੇਸ਼ਰ ਹੈ। ਤੀਨ ਦਿਵਸ ਬਸ ਵਿਦਿਆ ਚਾਲਾ, ਹਿਤ ਰਾਖਣ ਕਹਿ ਬਿਨੈ ਵਿਸਾਲਾ। 3 ਦਿਨ ਭਾਈ ਬਿਧੀ ਚੰਦ ਇਸ ਸੁੰਦਰ ਸ਼ਾਹ ਦੇ ਨਾਲ ਰਿਹਾ। 3 ਦਿਨ ਤੋਂ ਬਾਅਦ ਜਦੋਂ ਭਾਈ ਬਿਧੀ ਚੰਦ ਅੱਗੇ ਚੱਲਣ ਲੱਗੇ, ਸੁੰਦਰ ਸ਼ਾਹ ਨੇ ਭਾਈ ਬਿਧੀ ਚੰਦ ਦੇ ਚਰਨ ਫੜਦੇ ਔਰ ਆਪਣੇ ਕੋਲ ਰਹਿਣ ਵਾਸਤੇ ਬੇਨਤੀ ਕੀਤੀ, ਤੁਸੀਂ ਮੇਰੇ ਕੋਲ ਹੀ ਰਹੋ। ਕਿ ਇੰਨਾ ਪ੍ਰੇਮ ਪਾ ਕੇ ਹੁਣ ਛੱਡ ਕੇ ਚੱਲੇ ਕਿੱਥੇ ਹੋ? ਤੁਮ ਮੋਰੇ ਗੁਰ ਦੀਨਸ ਗਿਆਨਾ, ਫਲ ਪ੍ਰਾਪਤ ਤਮ ਕੀਏ ਜੋ ਮਹਾਨਾ। ਸੁੰਦਰ ਸ਼ਾਹ ਕਹਿੰਦਾ ਕਿ ਬਿਧੀ ਚੰਦ ਅੱਜ ਤੋਂ ਗੁਰੂ ਮੇਰਾ ਤੂੰ ਹੈ, ਕਿਉਂਕਿ ਤੂੰ ਮੈਨੂੰ ਗਿਆਨ ਦਿੱਤਾ, ਜਿਹੜਾ ਗਿਆਨ ਦੇਵੇ ਉਹੀ ਗੁਰੂ ਹੈ ਨਾ। ਤੇ ਇਸ ਗਿਆਨ ਦਾ ਮੈਨੂੰ ਫਲ ਮਿਲਿਆ ਕਿ ਮੇਰੇ ਅੰਦਰ ਦਾ ਹੰਕਾਰ ਦੂਰ ਹੋ ਗਿਆ। ਰਹਿਓ ਨਾ ਜਾਏ ਤੁਮਾਰੇ ਬਿਨਾ, ਤਨ ਤਜਬੇ ਤੁਮ ਢਿੱਗ ਚਾਹੇ ਘਣਾ। ਸੁੰਦਰ ਸ਼ਾਹ ਕਹਿੰਦਾ ਕਿ ਹੁਣ ਬਿਧੀ ਚੰਦ ਜੀ ਤੇਰੇ ਤੋਂ ਬਿਨਾ ਮੇਰੇ ਦਾ ਰਹਿਣਾ ਮੁਸ਼ਕਿਲ ਹੈ, ਰਿਹਾ ਨਹੀਂ ਜਾਣਾ। ਮੈਂ ਚਾਹੁੰਦਾ ਕਿ ਜਦੋਂ ਮੈਂ ਸਰੀਰ ਛੱਡਾਂ ਉਦੋਂ ਤੂੰ ਮੇਰੇ ਕੋਲ ਹੋਵੇਂ। ਬਿਧੀ ਚੰਦ ਸੁਣ ਧੀਰਜ ਦੇਨ, ਮਮ ਤੁਮ ਬੈਸ ਏਕ ਸਮਚੀਨ। ਇਹ ਸੁਣ ਕੇ, ਕਿਉਂਕਿ ਭਾਈ ਬਿਧੀ ਚੰਦ ਵੀ ਗੁਰੂ ਕੇ ਸਿੱਖ ਬ੍ਰਹਮ ਗਿਆਨੀ ਨੇ, ਭਾਈ ਬਿਧੀ ਚੰਦ ਕਹਿੰਦੇ ਨੇ ਸੁੰਦਰ ਸ਼ਾਹ ਜੀ ਇਹ ਸਮਝ ਲਓ ਕਿ ਤੁਹਾਡੀ ਤੇ ਮੇਰੀ ਉਮਰ ਇੱਕੋ ਜਿੰਨੀ ਹੈ। ਇੱਕੋ ਜਿੰਨੀ ਤੋਂ ਭਾਵ ਹੈ ਕਿ ਜਿੰਨਾ ਚਿਰ ਸਮਾਂ ਰਹਿਣਾ ਹੈ, ਰਹਿੰਦੀ ਉਮਰ ਇੱਕੋ ਜਿੰਨੀ ਹੈ। ਜਿੱਦਣ ਤੁਸੀਂ ਸਰੀਰ ਛੱਡਣਾ ਉਦਣ ਹੀ ਮੈਂ ਛੱਡਣਾ ਹੈ।
मासरो बासर घटका सोए, मोर तोर तन त्यागण होए। भाई बिधि चंद कहते ने कि वो महीना दिन वार समा इक्को ही होएगा जदों शरीर आपां छड्डांगे। सुनत आनंद भा सुंदर शाहू, करो कृपा तब होवो पाहू। सुन के फकीर सुंदर शाह जी बड़े खुश होए, नाले बेनती कर दी कि मैं तुहानूं अपना गुरु मन्निया, फिर कृपा करो जदों शरीर छड्डना है, भावें इकट्ठे ने छड्डना है, उदों तुसीं मेरे कोल होइओ। मैं तुहाडे दर्शन करदा हों उदों शरीर छड्ड के जावां। दोनों तन त्यागे एक काल, गमनो ले परलोक निज नाल। फिर दोवें इकट्ठे ही शरीर छड्डांगे, और मैं चाहुंदा कि मेरा हत्थ तुसीं इत्थे भी फड़िया होवे ते परलोक दे विच भी मेरा हत्थ फिर छड्डो ना। दास जान निज बिरद संभारो, आप तरो अर मोको तारो। ये सुंदर शाह कहंदे कि मैनू अपना सेवक दास जान के हुण मैनू छड्डिओ ना। ये तो गुरु का बिरद है, तुहाडा बिरद है। आप तुसीं तरे होए हो तो मैनू तार के लै जाओ। सुन बिनती विद्या सुप्रसन्न, तब संकल्प होए नह अन्न। ये सुन के भाई बिधि चंद जिहड़े ने वो प्रसन्न हो के उन्होंने बचन कर दिते कि सुंदर शाह जी, तेरा जिहड़ा मनोरथ है ना वो जरूर पूरा होएगा। जबे समा तन तजबे होए, तुझ ढिग पहुँचो लख मैं सोए। भाई बिधि चंद कहते जदों अंत समा होएगा ना, मैं जान लिया है कि कारण भावें कोई भी बने, उदों मैं तेरे कोल ही होवांगा। यहाँ आन मैं त्यागो प्राण, बैठो आप धरो गुर गया ध्यान। सुंदर शाह जी, मैं इत्थे आके अपना शरीर छड्डांगा, बस तुसीं इत्थे बैठो, गुरु का ध्यान धरो, गुरु का सिमरन करो, अंत समय मैं आपे इत्थे पहुँच जाना है। सुन आनंद बहुत सुंदर शाहू, बंदत बिधि चंद पद पाहू। ये सुन के भाई बिधि चंद जिहड़े ने, जदों बिधि चंद जी ने बचन किते, सुंदर शाह जी बड़े प्रसन्न होए। भाई बिधि चंद के चरणों 'च नमस्कार की कि तुसीं बचन किया, उन्होंने बचना ते सुंदर शाह ने भरोसा किया है। अब मैं काज गुरु के जावूँ, तन के अंत समय पुने आवूँ। भाई बिधि चंद कहते ने सुंदर शाह जी, हुण ते मैनू गुरु साहब जी ने काम भेजा है कि देवनगर हरे संगतां नूं जाके उपदेश देना है, बहुत सारे नूं दर्शन देना है कि गुरु का काम है। गुरु के काम चलिया, अंत समय मैं जरूर इत्थे पहुँचांगा। इम कह गयो देश तिस माही, गुर संगत प्रति पठ पा जाही। ये भजन कह के भाई बिधि चंद उस पिंड दे विच पहुंचे, देव पिंड दे विच, जिथों गुरु के सिखा ने ये चिट्ठी लिख के भेजी सी। सागर टापू मह अबराम, पुर मैनाक ताहे को नाम। समुंदर दे विच एक टापू सी जिंदा नाम मैनकपुरी सी। उत्थे जाके भाई बिधि चंद पहुँचा है, और उत्थों का ये नगर है। दियो हुक्मनामा गुर केरा, यह सिख भिखो रूप जिम मेरा। उत्थे जाके भाई बिधि चंद ने ये जिहड़ा हुक्मनामा उत्थों की सिख संगतां नूं दिता, और हुक्मनामे दे विच लिखिया सी, भाई ये जिहड़ा सिख तुहानूं भेजिया, जिंदे दर्शन कर रहे हो, ये सिख दे दर्शन नहीं, ये मेरे ही दर्शन तुसीं करोगे, इनू मेरे रूप जाणो। इत्थे भाई बिधि चंद ने जाके संगतां नूं भरोसा दिता, दर्शन दिते। थोड़ा जिहा ये अध्याय रहिंदा, आपां कल पूरा करांगे, समय की समाप्ति है। हुईआं भुल्लां दी खिमा। आओ एक दो वारी रचना नूं पवित्र कर लीए जी, फिर समाप्ति। वाहेगुरू 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 वाहेगुरू। वाहेगुरू